ਨੇ ਰਾਜੇਵਾਲ ਸਾਹਿਬ ਅੱਜ ਦੀ ਕਾਰਵਾਈ ਦੇ ਵਿੱਚ ਕਿਹੜੇ ਇਸ਼ੂਜ਼ ਸੀਗੇ ਜਿਨ੍ਹਾਂ ਨੂੰ ਜ਼ਿਆਦਾ ਸਟ੍ਰੈਸ ਦਿੱਤਾ ਗਿਆ? ਆਮ ਕਿਸਾਨਾਂ ਨੇ ਬਹਿਸ ਕੀਤੀ ਹੈ। ਇਹਦੇ ਨਾਲ ਜਿਹੜਾ ਸਰਕਾਰ ਕਹਿੰਦੀ ਹੈ ਵੀ ਇਹ ਦੱਸਦੇ ਨਹੀਂ ਵੀ ਉਹਨਾਂ ਦੇ ਵਿੱਚ ਕੀ ਕਾਲਾ ਹੈ, ਜਾਂ ਕਲੌਜ਼ ਬਾਈ ਕਲੌਜ਼ ਬਹਿਸ ਨਹੀਂ ਕਰਦੇ। ਅੱਜ ਇੱਥੇ ਬਹਿਸ ਕਰਕੇ ਦੱਸ ਦਿੱਤਾ ਕਿਸਾਨਾਂ ਨੇ ਵੀ ਅਸੀਂ ਬਹਿਸ ਕਰਨ ਜਾਣਦੇ ਹਾਂ, ਅਸੀਂ ਬਹਿਸ ਕੀਤੀ ਹੈ, ਸਰਕਾਰ ਝੂਠ ਬੋਲਦੀ ਹੈ। ਜਨਵਰੀ ਦੇ ਜਦੋਂ ਲਾਸਟ ਮੀਟਿੰਗ ਹੁੰਦੀ ਹੈ ਉਦੋਂ ਇੰਟਰਨੈਸ਼ਨਲੀ ਕਵਰੇਜ ਬਹੁਤ ਹੋ ਰਹੀ ਸੀ, ਨੈਸ਼ਨਲ ਮੀਡੀਆ ਵੀ ਸੀ। ਅੱਜ ਉਸ ਪੱਧਰ ਦਾ ਸਾਰਾ ਕੁਝ ਦੁਬਾਰਾ ਦੇਖਣ ਨੂੰ ਮਿਲਿਆ। ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਰਾਈਟ ਡਾਇਰੈਕਸ਼ਨ 'ਚ ਜਾ ਰਿਹਾ? ਕੀ ਸਿਆਸਤ ਨੂੰ ਇਹਦੇ ਤੋਂ ਮੰਨਫੀ ਕਰਕੇ ਦੇਖਿਆ ਜਾ ਸਕਦਾ ਕਿ ਇਹਨੂੰ ਪੈਰਲਲੀ ਅਲੱਗ-ਅਲੱਗ ਲੈ ਕੇ ਜਾਵਾਂਗੇ ਕਿ ਪੰਜਾਬ 'ਚ ਜੋ ਇਵੈਂਟਸ ਅਨਫੋਲਡ ਹੋ ਰਹੇ ਆ ਤੇ ਅੰਦੋਲਨ ਜਿਵੇਂ ਹੁਣ ਸਿੱਧੂ ਬਹੁਤ ਹੋ ਰਹੀ ਹੈ ਕਿ ਉਸ ਚੀਜ਼ ਦਾ ਕਿਸਾਨ ਜਥੇਬੰਦੀਆਂ ਉਹਨੂੰ ਕਿਵੇਂ ਦੇਖਦੀਆਂ? ਬਹੁਤ ਇੰਪੋਰਟੈਂਟ ਹੈ। ਬਿਲਕੁਲ ਐਕਸਪੈਕਟੇਸ਼ਨਸ ਬਿਲਕੁਲ ਨਹੀਂ, ਕਿਉਂਕਿ ਸਾਰੇ ਝੂਠ ਬੋਲ ਕੇ ਗੱਦੀ ਚਾਹੁੰਦੇ ਨੇ। ਹੁਣ ਵੀ ਸਰਕਾਰ ਨੇ ਜਿਹੜਾ 293 ਨੰਬਰ ਦਾ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਕੁਐਸਚਨ ਦੇ ਵੀ ਅਸੀਂ ਐਮਐਸਪੀਆਂ ਵਧਾਈਆਂ ਨੇ। ਇਹਦੇ ਪਿੱਛੇ ਸਰਕਾਰ ਦੀਆਂ ਪਾਲਿਸੀਜ਼ ਨੇ। ਤੁਸੀਂ ਸੀਏਸੀਪੀ ਦੀ ਟਰਮਸ ਆਫ ਰੈਫਰੈਂਸ ਨੂੰ ਪੜ੍ਹੋ, ਦਿਮਾਗ ਸਾਫ਼ ਹੋ ਜਾਂਦਾ ਹੈ। ਉਹਦੇ ਵਿੱਚ ਜਿੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਕਮਿਸ਼ਨ ਦੇ ਉੱਤੇ, ਤੁਸੀਂ ਇਹ ਦੇਖਣਾ ਹੈ ਵੀ ਜਿਹੜਾ ਭਾਅ ਦੀ ਸਿਫਾਰਿਸ਼ ਕਰ ਰਹੇ ਉਹਦੇ ਨਾਲ ਮਹਿੰਗਾਈ ਨਾ ਹੋਏ। ਇਹ ਕਿਸਾਨ ਦਾ ਕੰਮ ਹੈ ਮਹਿੰਗਾਈ ਨੂੰ ਰੋਕਣਾ। ਸਿਰੇ ਤੋਂ ਖਾਰਜ ਕਰ ਦਿੰਦੇ ਹੋ ਕਿ ਨਹੀਂ ਅਸੀਂ ਚੋਣਾਂ 'ਚ ਨਹੀਂ ਜਾਣਾ। ਇਹ ਤਾਂ ਨਹੀਂ ਕਿ ਬੀਜੇਪੀ ਜਾਂ ਸੈਂਟਰ ਗਵਰਨਮੈਂਟ ਇਹ ਕਹੂਗੀ ਕਿ ਦੇਖੋ ਇਵੈਂਚੁਅਲੀ ਇਹ ਇਹੀ ਚਾਹੁੰਦੇ ਸੀ। ਚੋਈ ਜਾਊਗੀ। ਮੈਂ ਸਾਰੇ ਆਪਣੇ ਸਾਥੀਆਂ ਨੂੰ ਕਹਿਣਾ ਵੀ ਤਕੜੇ ਹੋ ਕੇ ਅੰਦੋਲਨ ਜਿੱਤੋ। ਜੇ ਅੰਦੋਲਨ ਹਾਰ ਗਏ ਇੰਨੀ ਕੁੱਟ ਪਊ ਤੁਹਾਨੂੰ ਕਿਸੇ ਨੇ ਦਵਾਨੀ ਵੱਟੀ ਨਹੀਂ ਪੁੱਛਣਾ। ਨਾ ਮੈਨੂੰ ਕਿਸੇ ਨੇ ਅਪਰੋਚ ਨਹੀਂ, ਬਿਲਕੁਲ ਨਹੀਂ। ਐਵੇਂ ਤੁਸੀਂ ਮੀਡੀਆ ਜੋ ਮਰਜ਼ੀ ਕਹੀ ਜਾਓ, ਇਹ ਮੈਨੂੰ ਬਦਨਾਮ ਕਰਨ ਦੀ ਖੇਡ ਹੈ। ਮੈਂ ਸਮਝਦਾ ਬੜੀ ਸਿਸਟਮੈਟਿਕ ਬਦਨਾਮ ਕਰਨ ਦੀ ਖੇਡ ਹੈ। ਮੈਨੂੰ ਇਦੋਂ ਮੇਰੇ ਤੇ ਕੋਈ ਤਲਵਾਰ ਨਹੀਂ ਧਰੀ, ਮੈਂ ਕਿਉਂ ਝੂਠ ਬੋਲਾਂ? ਮੈਨੂੰ ਜ਼ਿੰਦਗੀ 'ਚ ਇੰਨੇ ਮੌਕੇ ਮਿਲੇ, ਜੇ ਮੈਂ ਐਕਸਪਲੇਨ ਕਰਾਂ ਤੁਸੀਂ ਕਹੋਗੇ ਵੀ ਹੈ ਮੈਂ ਪੋਲੀਟੀਕਲੀ ਅੱਜ ਕੁਝ ਹੁੰਦਾ। ਕਿਸਾਨ ਸੰਸਦ 'ਚ ਅੱਜ ਕਈ ਏਜੰਡੇ ਰੱਖੇ ਗਏ। ਬਲਬੀਰ ਸਿੰਘ ਰਾਜੇਵਾਲ ਸਾਹਿਬ ਸਾਡੇ ਨਾਲ ਨੇ। ਰਾਜੇਵਾਲ ਸਾਹਿਬ ਅੱਜ ਦੀ ਕਾਰਵਾਈ ਦੇ ਵਿੱਚ ਕਿਹੜੇ ਇਸ਼ੂਜ਼ ਸੀਗੇ ਜਿਨ੍ਹਾਂ ਨੂੰ ਜ਼ਿਆਦਾ ਸਟ੍ਰੈਸ ਦਿੱਤਾ ਗਿਆ? ਦੇਖੋ ਜੀ, ਜਿਹੜੇ ਕਾਨੂੰਨ ਸਰਕਾਰ ਨੇ ਬਣਾਏ ਹੈ ਉਹਨਾਂ ਬਾਰੇ ਬਹਿਸ ਹੋਈ ਹੈ ਹਾਊਸ ਦੇ ਵਿੱਚ। ਆਮ ਕਿਸਾਨਾਂ ਨੇ ਬਹਿਸ ਕੀਤੀ ਹੈ। ਇਹਦੇ ਨਾਲ ਜਿਹੜਾ ਸਰਕਾਰ ਕਹਿੰਦੀ ਹੈ ਵੀ ਇਹ ਦੱਸਦੇ ਨਹੀਂ ਵੀ ਉਹਨਾਂ ਦੇ ਵਿੱਚ ਕੀ ਕਾਲਾ ਹੈ, ਜਾਂ ਕਲੌਜ਼ ਬਾਈ ਕਲੌਜ਼ ਬਹਿਸ ਨਹੀਂ ਕਰਦੇ। ਅੱਜ ਇੱਥੇ ਬਹਿਸ ਕਰਕੇ ਦੱਸ ਦਿੱਤਾ ਕਿਸਾਨਾਂ ਨੇ ਵੀ ਅਸੀਂ ਬਹਿਸ ਕਰਨ ਜਾਣਦੇ ਹਾਂ, ਅਸੀਂ ਬਹਿਸ ਕੀਤੀ ਹੈ, ਸਰਕਾਰ ਝੂਠ ਬੋਲਦੀ ਹੈ। 22 ਜਨਵਰੀ ਦੇ ਜਦੋਂ ਲਾਸਟ ਮੀਟਿੰਗ ਹੁੰਦੀ ਹੈ ਉਦੋਂ ਇੰਟਰਨੈਸ਼ਨਲੀ ਕਵਰੇਜ ਬਹੁਤ ਹੋ ਰਹੀ ਸੀ, ਨੈਸ਼ਨਲ ਮੀਡੀਆ ਵੀ ਸੀ। ਅੱਜ ਉਸ ਪੱਧਰ ਦਾ ਸਾਰਾ ਕੁਝ ਦੁਬਾਰਾ ਦੇਖਣ ਨੂੰ ਮਿਲਿਆ। ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਰਾਈਟ ਡਾਇਰੈਕਸ਼ਨ 'ਚ ਜਾ ਰਿਹਾ ਅੰਦੋਲਨ? ਬਿਲਕੁਲ ਠੀਕ ਡਾਇਰੈਕਸ਼ਨ ਤੇ ਅੰਦੋਲਨ, ਔਰ ਅੰਦੋਲਨ ਦਾ ਪੀਸਫੁਲ ਰਹਿਣਾ ਇਹਦੀ ਜਿੱਤ ਦਾ ਪ੍ਰਤੀਕ ਹੈ। ਰਾਜੇਵਾਲ ਸਾਹਿਬ, ਪੰਜਾਬ ਦੀ ਸਿਆਸਤ ਨੂੰ ਇਹਦੇ ਤੋਂ ਮੰਨਫੀ ਕਰਕੇ ਦੇਖਿਆ ਜਾ ਸਕਦਾ ਕਿ ਇਹਨੂੰ ਪੈਰਲਲੀ ਅਲੱਗ-ਅਲੱਗ ਲੈ ਕੇ ਜਾਵਾਂਗੇ ਕਿ ਪੰਜਾਬ 'ਚ ਜੋ ਇਵੈਂਟਸ ਅਨਫੋਲਡ ਹੋ ਰਹੇ ਆ ਤੇ ਅੰਦੋਲਨ? ਦੇਖੋ, ਇਕਨੋਮਿਕ ਇਸ਼ੂਜ਼ ਰਾਜਨੀਤੀ ਲਈ ਦਿਸ਼ਾ ਨਿਰਦੇਸ਼ ਹੁੰਦੇ ਨੇ। ਇਹ ਨਹੀਂ ਕਹਿ ਸਕਦੇ ਵੀ ਇਕਨੋਮਿਕ ਇਸ਼ੂਜ਼ ਰਾਜਨੀਤੀ ਨੂੰ ਚਲਾਉਂਦੇ ਨੇ, ਪਰ ਉਹਦੇ ਲਈ ਦਿਸ਼ਾ ਜ਼ਰੂਰ ਤੈਅ ਕਰਦੇ ਨੇ। ਇਕਨੋਮਿਕ ਇਸ਼ੂਜ਼ ਨਾਲ ਲੋਕਾਂ ਦੀ ਰੋਟੀ ਰੋਜ਼ੀ ਜੁੜੀ ਹੁੰਦੀ ਹੈ। ਇਕਨੋਮਿਕ ਇਸ਼ੂਜ਼ ਦੇ ਨਾਲ ਲੋਕਾਂ ਦਾ ਜਿਉਣ ਪੱਧਰ ਜੁੜਿਆ ਹੁੰਦਾ ਹੈ। ਤਾਂ ਇਸ ਕਰਕੇ ਕਹਿ ਨਹੀਂ ਸਕਦੇ ਵੀ ਕੀ ਅਸਰ ਹੋਣਗੇ, ਪਰ ਅਸਰ ਹੋਣਗੇ ਜ਼ਰੂਰ। ਇੰਡੀਵਿਜੂਅਲਿਜ਼ਮ ਮੈਟਰ ਕਰ ਰਿਹਾ, ਜਿਵੇਂ ਹੁਣ ਸਿੱਧੂ ਬਹੁਤ ਹੋ ਰਹੀ ਹੈ ਕਿ ਉਸ ਚੀਜ਼ ਦਾ ਕਿਸਾਨ ਜਥੇਬੰਦੀਆਂ ਉਹਨੂੰ ਕਿਵੇਂ ਦੇਖਦੀਆਂ? ਬਹੁਤ ਇੰਪੋਰਟੈਂਟ ਹੈ। ਸਾਨੂੰ ਕੁਝ ਨਹੀਂ ਨਜ਼ਰ ਆਉਂਦਾ ਉਹਦੇ 'ਚ। ਮੈਂ ਸਮਝਦਾ ਜਦੋਂ ਡਿਲੀਵਰ ਕਰੇਗਾ ਉਦੋਂ ਪਤਾ ਲੱਗ ਜਾਏਗਾ। ਤੁਹਾਨੂੰ ਐਕਸਪੈਕਟੇਸ਼ਨਸ ਹੈਗੀਆਂ ਜਾਂ ਉਹ ਵੀ ਨਹੀਂ ਹੈਗੀਆਂ? ਬਿਲਕੁਲ ਐਕਸਪੈਕਟੇਸ਼ਨਸ ਬਿਲਕੁਲ ਨਹੀਂ, ਕਿਉਂਕਿ ਸਾਰੇ ਝੂਠ ਬੋਲ ਕੇ ਗੱਦੀ ਚਾਹੁੰਦੇ ਨੇ। ਜਿਵੇਂ ਕੈਪਟਨ ਨੇ ਝੂਠ ਬੋਲ ਕੇ ਲੱਗੇ, ਹੁਣ ਇਹ ਥੋੜੇ ਜਿਹੇ ਚਾਰ ਉਹ ਜਿਹੜੇ ਨੇ ਕੀ ਕਹਿੰਦੇ ਨੇ ਉਹ ਸ਼ੇਰ ਸੁਣਾ ਕੇ ਉਹਦੇ ਨਾਲ ਗੱਦੀ ਪਾਲੂਗਾ। ਲੋਕੀ ਸਭ ਸਮਝਦੇ ਨੇ। ਤੁਸੀਂ ਪ੍ਰੈਸ਼ਰ ਗਰੁੱਪ ਬਣੇ ਰਹਿਣ 'ਚ ਹੀ ਸਹਿਮਤ ਹੋ? ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਵਾਰ-ਵਾਰ ਇਹ ਸਵਾਲ ਤੁਹਾਨੂੰ ਹੁੰਦਾ ਹੈ? ਇਹ ਲੋਕਾਂ ਦੀ ਮਰਜ਼ੀ ਹੈ, ਜੋ ਕਹਿਣਗੇ ਲੋਕ ਮੋੜ ਲੈਂਦੇ ਹੁੰਦੇ ਨੇ। ਹੁਣ ਤੇ ਸਾਰੀ ਉਮਰ ਅਸੀਂ ਐਜ਼ ਪ੍ਰੈਸ਼ਰ ਗਰੁੱਪ ਕੰਮ ਕੀਤਾ, ਮੈਂ ਇਹਨੂੰ ਹੀ ਪਸੰਦ ਕਰਦਾ। ਤੁਸੀਂ ਬਹੁਤ ਇੰਪੋਰਟੈਂਟ ਇੱਕ ਗੱਲ ਕਹੀ ਕਿ ਕਦੇ ਵੀ ਲਾਗਤ
ਤੋਂ ਵੱਧ ਮੁੱਲ ਦਿੱਤਾ ਹੀ ਨਹੀਂ ਗਿਆ। ਹੁਣ ਦੀ ਸਿਚੁਏਸ਼ਨ ਜੇ ਇਕਨੋਮਿਕਲੀ ਥੋੜਾ ਜਿਹਾ ਡਿਫਾਈਨ ਕਰਦੇ ਹੋ ਕਿ ਅਸਲ ਦੇ ਵਿੱਚ ਅੱਜ ਕਿੱਥੇ ਖੜੇ ਆ। ਹੁਣ ਵੀ ਸਰਕਾਰ ਨੇ ਜਿਹੜਾ 293 ਨੰਬਰ ਦਾ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਕੁਐਸਚਨ ਦੇ ਵੀ ਅਸੀਂ ਐਮਐਸਪੀਆਂ ਵਧਾਈਆਂ ਨੇ। ਮੈਂ ਤੁਹਾਨੂੰ ਦੋ ਸਰਕਾਰੀ ਕਮੇਟੀਆਂ ਦਾ ਜ਼ਿਕਰ ਕਰਾਂਗਾ। 84 ਚ ਡਾਕਟਰ ਜੌਲ ਦੀ ਚੇਅਰਮੈਨਸ਼ਿਪ ਚ ਇੱਕ ਕਮੇਟੀ ਪੰਜਾਬ ਸਰਕਾਰ ਨੇ ਬਣਾਈ। ਉਹਨੇ ਆਪਣੀ ਰਿਪੋਰਟ 'ਚ ਕਿਹਾ ਦੇयर इज अ ਕੰਟੀਨਿਊਸ ਸਕੁਈਜ਼ ਓਵਰ ਰੀਅਲ ਮਾਰਜਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫॉर ਮੋਰ ਦੈਨ ਅ ਡਿਕੇਡ। ਮਤਲਬ 10 ਸਾਲ ਤੋਂ ਸਰਕਾਰ ਲੁੱਟਦੀ ਆਉਂਦੀ ਹੈ ਕਿਸਾਨ ਨੂੰ। ਫਿਰ 2007 ਚ ਜਦੋਂ ਬਾਦਲ ਸਰਕਾਰ ਆਈ ਉਦੋਂ ਅਸੀਂ ਇੱਕ ਕਮੇਟੀ ਬਣਵਾਈ ਡਾਕਟਰ ਰਣਜੀਤ ਸਿੰਘ ਘੁੰਮਣ ਦੀ ਚੇਅਰਮੈਨਸ਼ਿਪ 'ਚ। ਉਹ ਕਮੇਟੀ ਨੇ ਕਣਕ ਤੇ ਝੋਨੇ ਦੀ ਫਸਲ ਨੂੰ ਜਦੋਂ ਤੋਂ ਹਰੇ ਇਨਕਲਾਬ ਦੀ ਸ਼ੁਰੂਆਤ ਹੋਈ ਹੈ, ਜਦੋਂ ਤੋਂ ਭਾਅ ਮਿਲਣ ਲੱਗਿਆ ਉਦੋਂ ਤੋਂ 2007-8 ਤੱਕ ਸਟੱਡੀ ਕੀਤਾ। ਉਹਨੇ ਹਰ ਸਾਲ ਜੇ ਕਣਕ ਔਰ ਝੋਨਾ ਦੋ ਫਸਲਾਂ ਸਟੱਡੀ ਕੀਤੀਆਂ। ਜੇ ਮੁਨਾਫਾ ਸੀ ਮੁਨਾਫਾ ਕੱਢਤਾ, ਘਾਟਾ ਸੀ ਘਾਟਾ ਕੱਢਤਾ। ਉਹਨੇ ਉਸ ਵੇਲੇ ਆਪਣੀ ਰਿਪੋਰਟ ਵਿੱਚ ਕਿਹਾ ਹੈ 2008 ਵਿੱਚ ਸਿਰਫ ਪੰਜਾਬ ਦੇ ਕਿਸਾਨਾਂ ਦਾ ਭਾਰਤ ਸਰਕਾਰ ਨੇ ਕੇਵਲ ਕਣਕ ਤੇ ਝੋਨੇ ਦੀ ਫਸਲ ਵਿੱਚ 1900 ਕੁਝ ਮੈਨੂੰ ਫਿਗਰ ਯਾਦ ਨਹੀਂ 1900 ਕੁਝ ਕਰੋੜ ਰੁਪਈਆ ਘੱਟ ਭਾਅ ਮਿੱਥ ਕੇ ਨਿਚੋੜ ਲਿਆ। ਤੇ ਮੇਰਾ ਕਹਿਣਾ ਸੀ ਉਸ ਵੇਲੇ ਦੇ ਚੀਫ ਮਿਨਿਸਟਰ ਨੂੰ ਵੀ ਸਰਕਾਰ ਕੋਲ ਟੇਕਅਪ ਕਰੋ, ਜੇ ਪੈਸਿਆਂ ਤੇ ਵਿਆਜ ਗਿਣ ਲਿਆ ਜਾਏ ਤਾਂ ਇਹ 2 ਲੱਖ ਕਰੋੜ ਬਣਦਾ ਹੈ। 2 ਲੱਖ ਕਰੋੜ ਬਣਦਾ ਹੈ। ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਲੈ ਕੇ ਉਦੋਂ 1.25 ਲੱਖ ਕਰੋੜ ਸੀ, 75,000 ਕਰੋੜ ਬਚਦਾ ਹੈ। ਕੋਈ ਕਿਸਾਨ ਗਰੀਬ ਨਹੀਂ ਰਹਿੰਦਾ। ਇਹਦੇ ਪਿੱਛੇ ਸਰਕਾਰ ਦੀਆਂ ਪਾਲਿਸੀਜ਼ ਨੇ। ਤੁਸੀਂ CACP ਦੀ ਟਰਮਸ ਆਫ ਰੈਫਰੈਂਸ ਨੂੰ ਪੜ੍ਹੋ, ਦਿਮਾਗ ਸਾਫ਼ ਹੋ ਜਾਂਦਾ ਹੈ। ਉਹਦੇ ਵਿੱਚ ਜਿੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਕਮਿਸ਼ਨ ਦੇ ਉੱਤੇ, ਤੁਸੀਂ ਇਹ ਦੇਖਣਾ ਹੈ ਵੀ ਜਿਹੜਾ ਭਾਅ ਦੀ ਸਿਫਾਰਿਸ਼ ਕਰ ਰਹੇ ਉਹਦੇ ਨਾਲ ਮਹਿੰਗਾਈ ਨਾ ਹੋਏ। ਇਹ ਕਿਸਾਨ ਦਾ ਕੰਮ ਹੈ ਮਹਿੰਗਾਈ ਨੂੰ ਰੋਕਣਾ। ਉਹਦੇ ਤੇ ਖਰਚੇ ਗਿਣੋ, ਕੁਛ ਉਹਨੂੰ ਮੁਨਾਫਾ ਦੇ ਦਿਓ ਜਿਹਦੇ ਨਾਲ ਆਪਣੇ ਬੱਚੇ ਪਾਲੇ। ਨਹੀਂ, ਕਹਿੰਦੇ ਮਹਿੰਗਾਈ ਨਹੀਂ ਹੋਣੀ ਚਾਹੀਦੀ। ਇੰਡਸਟਰੀ ਦੀ ਕਾਸਟ ਸਟਰਕਚਰ ਤੇ ਇਹਦਾ ਕੋਈ ਮਾੜਾ ਅਸਰ ਨਹੀਂ ਹੋਣਾ ਚਾਹੀਦਾ। ਇੰਪੋਰਟ ਐਕਸਪੋਰਟ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਵਗੈਰਾ ਵਗੈਰਾ ਇੰਨੀਆਂ ਪਾਬੰਦੀਆਂ ਲਾਈਆਂ। ਕਿਸਾਨ ਨੂੰ ਤਾਂ ਬੰਨਿਆ ਪਿਆ। ਉਹਦੇ ਜਿਹੜੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਸਾਰੀਆਂ ਜ਼ਿੰਮੇਵਾਰੀਆਂ ਕਿਸਾਨ ਦੇ ਸਿਰ ਪਾ ਕੇ ਭਾਅ ਮਿੱਥਦੇ ਨੇ। ਅੱਜ ਤੱਕ ਕਦੀ ਵੀ ਕਿਸਾਨ ਨੂੰ ਲਾਹੇਵੰਦ ਭਾਅ ਨਹੀਂ ਮਿਥਿਆ ਗਿਆ। ਤੋ ਇਸ ਕਰਕੇ ਇਸੇ ਵਜ੍ਹਾ ਕਰਕੇ ਕਿਸਾਨ ਗਰੀਬ ਹੈ, ਉਹ ਕਰਜ਼ੇ ਦੇ ਜਾਲ 'ਚ ਫਸਿਆ ਹੈ। ਜੇ ਪ੍ਰੈਸ਼ਰ ਗਰੁੱਪ ਇੰਨੇ ਸਾਲਾਂ 'ਚ ਉਹ ਪ੍ਰੈਸ਼ਰ ਨਹੀਂ ਕ੍ਰੀਏਟ ਕਰ ਸਕਿਆ ਤਾਂ ਕਿਉਂ ਨਾ ਰਾਜੇਵਾਲ ਸਾਹਿਬ ਇਸ 'ਚ ਮਾੜਾ ਵੀ ਕੀ ਹੈ ਕਿ ਜੇ ਜਥੇਬੰਦੀਆਂ ਇਸ ਵਾਰ ਫੈਸਲਾ ਲੈਣ, ਜੇ ਸਿਆਸਤ 'ਚ ਆਉਣਾ ਨਹੀਂ ਤਾਂ ਘੱਟੋ ਘੱਟ ਕੋਈ ਇੱਕ ਫੈਸਲਾ ਲਿਆ ਜਾਵੇ। ਨਹੀਂ, ਉਹ ਇਦਾਂ ਫੈਸਲਾ ਅਸੀਂ ਹਰ ਵਾਰੀ ਲੈਂਦੇ ਹਾਂ। ਹਰ ਚੋਣਾਂ ਵੇਲੇ ਅਸੀਂ ਫੈਸਲਾ ਲੈਂਦੇ ਹਾਂ ਵੀ ਕਿਹਦੀ ਮਦਦ ਕਰਨੀ ਹੈ, ਕਿਹਦਾ ਵਿਰੋਧ ਕਰਨਾ ਹੈ। ਕਦੇ ਅਸੀਂ ਕਾਂਗਰਸ ਦੀ ਸਪੋਰਟ ਕੀਤੀ, ਕਦੇ ਅਸੀਂ ਅਕਾਲੀ ਦਲ ਦੀ ਸਪੋਰਟ ਕੀਤੀ, ਕਦੇ ਅਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ। ਹਰ ਵਾਰੀ ਚੱਲ ਕੇ ਆਉਂਦੀਆਂ ਹਰ ਵਾਰੀ ਸਾਰੇ ਆਉਂਦੇ ਰਹੇ ਆ। ਅਸੀਂ ਜਥੇਬੰਦੀ 'ਚ ਡਿਸਕਸ ਕਰਕੇ ਫਿਰ ਇਹ ਨਹੀਂ ਵੀ ਅਸੀਂ ਵੋਟ ਤਾਂ ਦੇਣੀ ਸਿਰੇ ਤੋਂ ਖਾਰਜ ਕਰ ਦਿੰਦੇ ਹੋ ਕਿ ਨਹੀਂ ਅਸੀਂ ਚੋਣਾਂ 'ਚ ਨਹੀਂ ਜਾਣਾ। ਇਹ ਤਾਂ ਨਹੀਂ ਕਿ ਬੀਜੇਪੀ ਜਾਂ ਸਟੇਟ ਸੈਂਟਰ ਗਵਰਨਮੈਂਟ ਇਹ ਕਹੂਗੀ ਕਿ ਦੇਖੋ ਇਵੈਂਚੁਅਲੀ ਇਹੀ ਚਾਹੁੰਦੇ ਸੀਗੇ। ਕਾਕਾ ਇੱਕ ਗੱਲ ਸਮਝ ਲਓ, ਬੀਜੇਪੀ ਕੁਝ ਕਹਿੰਦੀ ਹੈ ਮੇਰੇ ਤੇ ਨਹੀਂ ਅਸਰ। ਕੁਝ ਡਿੱਗੇ ਬੀਜੇਪੀ, ਮੈਂ ਉੱਤੇ ਕੀ ਕਰਾਉਣਾ। ਮੈਂ ਜਿਹੜੀ ਗੱਲ ਕਹਿਣਾ, ਇਹ ਅੱਜ ਸਾਡੇ ਸਾਹਮਣੇ ਸਾਡਾ ਮੋਰਚਾ ਹੈ, ਹੋਈ ਜਾਊਗੀ। ਮੈਂ ਸਾਰੇ ਆਪਣੇ ਸਾਥੀਆਂ ਨੂੰ ਕਹਿਣਾ ਵੀ ਤਕੜੇ ਹੋ ਕੇ ਅੰਦੋਲਨ ਜਿੱਤੋ। ਜੇ ਅੰਦੋਲਨ ਹਾਰ ਗਏ ਇੰਨੀ ਕੁੱਟ ਪਊ ਤੁਹਾਨੂੰ ਕਿਸੇ ਨੇ ਦਵਾਨੀ ਵੱਟੀ ਨਹੀਂ ਪੁੱਛਣਾ। ਆਪਣਾ ਧਿਆਨ ਪੂਰਾ ਕੇਂਦਰਿਤ ਰੱਖੋ ਆਪਣੀਆਂ ਮੰਗਾਂ ਤੇ। ਕਾਨੂੰਨ ਵਾਪਸ ਕਰਾ ਲਓ, ਆਪਣਾ ਅੰਦੋਲਨ ਜਿੱਤ ਲਓ। ਉਹਦੇ ਬਾਅਦ ਬਹਿ ਕੇ ਜੋ ਮਰਜ਼ੀ ਫੈਸਲਾ ਕਰ ਲਿਓ। ਇੰਡੀਵਿਜੂਅਲੀ ਫੈਸਲਾ ਉਹਦੇ ਬਾਅਦ ਬਹਿ ਕੇ ਜੋ ਮਰਜ਼ੀ ਫੈਸਲਾ ਕਰ ਲਿਓ। ਇੰਡੀਵਿਜੂਅਲੀ ਫੈਸਲਾ ਹੋਵੇ ਕਿ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਚੰਗਾ ਰਹੇ ਸਾਰੇ ਬਹਿ ਕੇ ਕਰਨਗੇ। ਇੰਡੀਵਿਜੂਅਲੀ ਤਾਂ ਫਿਰ ਉਹੀ ਹੋਊਗੀ, ਅਕਾਲੀਆਂ ਦੀ ਕਰਤੀ ਕਿਹਦੀ ਕਰਤੀ ਇਹ ਹੋਊ। ਕੋਈ ਕੈਰਡ ਅਵੇ ਵੀ ਹੋ ਜਾਂਦਾ ਹੈ ਜੀ। ਤੁਹਾਡੇ ਆਗੂਆਂ ਚੋਂ ਕਦੇ ਮੀਟਿੰਗ 'ਚ ਗੱਲ ਹੋਈ ਹੋਵੇ ਕਿਸੇ ਦੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ MLA ਬਣਨ ਦਾ ਨਾਂ ਸੋਚੋ ਕਿ ਦਿਲ 'ਚ ਆ ਜਾਂਦੀ ਹੈ। ਇਹ ਤਾਂ ਹੁੰਦਾ ਹੀ ਹੈ। ਕਿਸੇ ਵੇਲੇ ਸਾਡੇ ਚੋਂ ਸਵਰਨ ਸਿੰਘ ਖਾਲਸਾ ਵਾਲਾ ਭੱਜ ਗਿਆ ਸੀ, MLA ਬਣ ਗਿਆ ਸੀ। ਸੁੱਚਾ ਸਿੰਘ ਲਗਾ ਸਾਡੇ ਵਿੱਚੋਂ ਸਾਡਾ ਜਨਰਲ ਸੈਕਟਰੀ ਹੁੰਦਾ ਸੀ। ਇਹ ਹੁੰਦੇ ਰਹਿੰਦੇ ਨੇ। ਇਹ ਗੱਲਾਂ ਬਹੁਤ ਸਾਰੇ ਨੇ ਜਿਹੜੇ ਇਸ ਵੇਲੇ ਪੋਲੀਟਿਕਸ 'ਚ ਨੇ, ਉੱਚੀਆਂ ਪੋਜੀਸ਼ਨਾਂ ਤੇ ਨੇ। ਸਾਡੇ ਵਿੱਚੋਂ ਗਏ, ਅਸੀਂ ਨਹੀਂ ਗਏ। ਮੈਂ ਸਭ ਤੋਂ ਪੁਰਾਣਾ 51 ਸਾਲ ਤੋਂ ਇਸੇ ਜਥੇਬੰਦੀ 'ਚ ਕੰਮ ਕਰਦਾ। ਮੈਂ ਤਾਂ ਕਿਤੇ ਗਿਆ ਨਹੀਂ। ਤਾਂ ਮੈਨੂੰ ਇਹੀ ਚੰਗਾ ਲੱਗਦਾ। ਸਮਝਦੇ ਹੋ ਸਿਆਸਤ? ਨਹੀਂ, ਮੈਨੂੰ ਚੰਗਾ ਇਹੀ ਲੱਗਦਾ। ਮੈਨੂੰ ਇਹਦੇ 'ਚ ਸਕੂਨ ਮਿਲਦਾ ਹੈ। ਤੁਹਾਨੂੰ ਲੱਗਦਾ ਕਿ ਅੰਦਰ ਵੜ ਕੇ ਚੀਜ਼ਾਂ ਬਦਲੀਆਂ ਜਾ ਸਕਦੀਆਂ ਨੇ? ਇੱਕ ਓਪੀਨੀਅਨ ਹੁੰਦਾ ਬੰਦੇ ਦਾ। ਨਹੀਂ, ਇਕੱਲਾ ਨਹੀਂ ਬਦਲ ਸਕਦਾ ਕੋਈ ਗਰੁੱਪ ਦੇ ਤੌਰ ਤੇ ਜੇ ਬੰਦੇ ਜਾਂਦੇ ਨੇ ਕੁਝ ਇੱਕੋ ਸੋਚ ਦੇ ਮਾਲਕ, ਫਿਰ ਜੇ ਕੁਝ ਲੋਕਾਂ ਦਾ ਸਾਥ ਹੋਵੇ ਤਾਂ ਬੜਾ ਕੁਝ। ਔਰ ਲੋੜ ਵੀ ਅੱਜ ਦੇਖੋ ਹਾਲਤ ਇਹ ਹੋ ਗਈ, ਐਜੂਕੇਸ਼ਨ ਦਾ ਸਾਡੇ ਪੱਠਾ ਬਹਿ ਗਿਆ ਤੇ ਹੈਲਥ ਦਾ ਸਾਡੇ ਪੱਠਾ ਬਹਿ ਗਿਆ, ਐਗਰੀਕਲਚਰ ਦਾ ਤਿੰਨੇ ਸਟੇਟ ਸਬਜੈਕਟ ਨੇ ਇਹਦਾ ਪੱਠਾ ਬਹਿ ਗਿਆ।
ਸਾਡੇ ਯੂਥ ਦਾ ਕੋਈ ਫਿਊਚਰ ਨਜ਼ਰ ਨਹੀਂ ਆਉਂਦਾ। ਸਾਡੇ ਪੋਲੀਟੀਸ਼ੀਅਨ ਨੂੰ ਕੋਈ ਪਰਵਾਹ ਨਹੀਂ। ਸਾਡੇ ਬੱਚੇ ਭੱਜੇ ਜਾਂਦੇ ਨੇ ਵਿਦੇਸ਼ਾਂ ਨੂੰ, 2-2 ਕਿੱਲੇ ਜ਼ਮੀਨ ਵੇਚ ਕੇ ਵਿਦੇਸ਼ਾਂ ਨੂੰ। ਉਹਦਾ ਤੀਜੀ ਪੀੜ੍ਹੀ ਤੇ ਜਾ ਕੇ ਕੀ ਹੈ ਤੁਹਾਡੀ ਸਹੀ ਮਾਨੇ ਵਿੱਚ ਨਸਲ ਕੁਸ਼ੀ ਹੈ। ਤੁਸੀਂ ਬਗਾਨੇ ਘਰ ਜਾ ਕੇ ਸੈਟਲ ਹੋਣਾ, ਤੁਹਾਡੇ ਉੱਥੇ ਬੱਚੇ ਉੱਥੇ ਦੇ ਹੋ ਜਾਣਗੇ। ਤੇ ਹੁਣ ਨਵਾਂ ਇਸ਼ੂ ਇੱਕ ਲੜਕੀ ਵਾਲਾ ਆਇਆ ਸੀ, ਮੁੰਡਾ ਸੁਸਾਈਡ ਕਰ ਗਿਆ, ਪੰਜਾਬ ਪੂਰੇ ਨੇ ਉਹ ਇਸ਼ੂ ਦੇਖਿਆ। ਇਸ ਤਰ੍ਹਾਂ ਦੇ ਰੋਜ਼ ਇਦਾਂ ਦੇ ਰੋਜ਼ ਹੋਣਗੇ। ਤੇ ਇਹ ਲੋਕਾਂ ਨੂੰ ਸੁਹਿਰਦਤਾ ਨਾਲ ਸੋਚਣਾ ਚਾਹੀਦਾ ਹੈ ਬਈ ਜਿਹੜੇ ਅੱਜ ਪੋਲੀਟੀਸ਼ੀਅਨ ਨੇ ਉਹਨਾਂ ਨੇ ਇਹਨੂੰ ਬਣਾ ਲਿਆ ਬਿਜ਼ਨਸ। ਉਹ ਇਨਵੈਸਟਮੈਂਟ ਕਰਦੇ ਨੇ ਚੋਣਾਂ 'ਚ, ਬਾਅਦ 'ਚ ਪੈਸੇ ਕਮਾਉਂਦੇ ਨੇ। ਲੋਕਾਂ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ। ਇੰਨੀ ਦੇਰ ਕਿਵੇਂ ਜੀਓਗੇ? ਕਿ ਸਾਰੇ ਪੰਜਾਬ 'ਚ ਲੋਕਾਂ ਕੋਲ 117 ਚੰਗੇ ਬੰਦੇ ਨੇ। ਫਰਕ ਸਿਰਫ ਇੱਕੋ ਹੈ, ਜਿਹੜੇ ਚੰਗੇ ਬੰਦੇ ਨੇ ਜਿਹਨੇ ਠੱਗੀ ਨਾਲ ਪੈਸਾ ਨਹੀਂ ਕਮਾਇਆ, ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਵੀ ਮੈਂ ਠੱਗੀ ਨਾਲ ਕਮਾਇਆ ਨਹੀਂ, ਮੈਂ ਠੱਗੀ ਨਾਲ ਕਮਾਉਣਾ ਨਹੀਂ, ਤੇ ਮੈਂ ਆਪਣੇ ਬੱਚਿਆਂ ਦਾ ਫਿਊਚਰ ਕਿਉਂ ਖਰਾਬ ਕਰਾਂ, ਆਪਣਾ ਘਰ ਕਿਉਂ ਪੱਟਾਂ। ਉਹ ਨਹੀਂ ਆ ਰਹੇ। ਲੋਕ ਕਹਿਣ ਵੀ ਅਸੀਂ ਤੇਰੀ ਇਲੈਕਸ਼ਨ ਲੜਦੇ ਹਾਂ, ਆ ਜਾ ਬਈ ਤੈਨੂੰ। ਫਿਰ ਮੁੜ ਕੇ ਜਿਵੇਂ ਅਸੀਂ ਇੱਕ ਖੇਡ ਹੈ ਨਾ, ਹੁਣ ਬੰਦ ਕਰਤੀ ਇਹਨੇ ਹਾਈ ਕੋਰਟ ਨੇ। ਅਸੀਂ ਬਲਦ ਭਜਾਉਂਦੇ ਹੁੰਦੇ ਸੀ, ਗੱਡੀਆਂ ਭੱਜਦੀਆਂ ਸੀ। ਅਸੀਂ ਬਲਦਾਂ ਨੂੰ ਸਾਰੇ ਟੱਬਰ ਨੂੰ ਇੱਕ ਪਾਸੇ ਰੱਖ ਕੇ ਸਾਰਾ ਦੁੱਧ ਉਹਨਾਂ ਨੂੰ ਪਿਆ ਦਿੰਦੇ ਹਾਂ, ਘਿਓ ਵੀ ਖਿਆਉਂਦੇ ਹਾਂ। ਤੇ ਜਦ ਹੁੰਦਾ ਟੂਰਨਾਮੈਂਟ 'ਚ ਜਾਂਦੇ ਹਾਂ, ਐਡੀ ਵੱਡੀ ਆਰ ਹੁੰਦੀ ਹੈ, ਜੇ ਉਹ ਥੋੜਾ ਜਿਹਾ ਨਹੀਂ ਭੱਜਦਾ, ਘੱਟ ਭੱਜਦਾ, ਪੂਰੀ ਧਸੋ ਦਿੰਦੇ ਹਾਂ। ਇਹ ਫਾਰਮੂਲਾ ਬਣਾਉਣਾ ਪਊ ਲੋਕਾਂ ਨੂੰ ਵੀ ਜੇ ਮੈਂ ਐਮਐਲਏ ਸਾਡਾ ਕੰਮ ਨਹੀਂ ਕਰਦਾ ਧਸੋ ਦਿਓ ਉਹਦੇ ਹਾਰ, ਕੁੱਟੋ ਨੂੰ। ਤੁਹਾਡੇ ਦਿਲੋਂ ਨਿਕਲ ਰਹੀ ਹੈ ਗੱਲ? ਨਹੀਂ ਹੈ, ਇਹ ਚੱਲ ਪੰਜਾਬ ਦੀ ਲੋੜ ਹੈ। ਮੇਰੇ ਦਿਲੋਂ ਨਿਕਲੇ ਨਾ ਨਿਕਲੇ, ਅਪਰੋਚ ਤਾਂ ਕਰ ਰਹੇ ਹੈ ਨਾ, ਮੈਨੂੰ ਕਿਸੇ ਨੇ ਅਪਰੋਚ ਨਹੀਂ। ਬਿਲਕੁਲ ਨਹੀਂ। ਐਵੇਂ ਤੁਸੀਂ ਮੀਡੀਆ ਜੋ ਮਰਜ਼ੀ ਕਹੀ ਜਾਓ, ਇਹ ਮੈਨੂੰ ਬਦਨਾਮ ਕਰਨ ਦੀ ਖੇਡ ਹੈ। ਮੈਂ ਸਮਝਦਾ ਬੜੀ ਸਿਸਟਮੈਟਿਕ ਬਦਨਾਮ ਕਰਨ ਦੀ ਖੇਡ ਹੈ। ਮੈਨੂੰ ਇਦੋਂ ਮੇਰੇ ਤੇ ਕੋਈ ਤਲਵਾਰ ਨਹੀਂ ਧਰੀ। ਮੈਂ ਕਿਉਂ ਝੂਠ ਬੋਲਾਂ? 1 ਸਾਲ 'ਚ ਜਿਹਨੂੰ ਤੁਸੀਂ ਕਹਿੰਦੇ ਹੋ ਮੈਨੂੰ ਉਹਨਾਂ ਦਾ ਕੋਈ ਵਰਕਰ ਵੀ ਨਹੀਂ ਮਿਲਿਆ। ਵੈਸੇ ਆਮ ਤੌਰ ਤੇ ਕੋਈ ਵੀ ਬੰਦੇ ਦੀ ਇਹ ਪ੍ਰੋਜੈਕਸ਼ਨ ਹੋਵੇ ਉਹ ਖੁਸ਼ ਹੁੰਦਾ ਹੈ ਵੀ ਮੈਨੂੰ ਸੀਐਮ ਪ੍ਰੋਜੈਕਟ ਕਰ ਰਹੇ ਆ ਜਾਂ ਇਹ ਕਹਿ ਰਹੇ। ਮੈਨੂੰ ਬੁਰਾ ਲੱਗਦਾ ਹੈ ਵੀ ਮੈਨੂੰ ਬਦਨਾਮ ਕੀਤਾ ਜਾ ਰਿਹਾ। ਮੈਂ ਖੁਸ਼ ਨਹੀਂ ਹੁੰਦਾ, ਮੈਨੂੰ ਇਹ ਬੁਰਾ ਲੱਗਦਾ। ਮੈਨੂੰ ਤੁਹਾਨੂੰ ਤਾਂ ਪਤਾ ਨਹੀਂ, ਤੁਸੀਂ ਤਾਂ ਮੇਰੇ ਬੇਟੇ ਤੋਂ ਵੀ ਛੋਟੀ ਉਮਰ, ਮੇਰੇ ਪੋਤੇ ਦੀ ਉਮਰ ਦੇ ਹੋ। ਮੈਨੂੰ ਜ਼ਿੰਦਗੀ 'ਚ ਇੰਨੇ ਮੌਕੇ ਮਿਲਿਆ, ਜੇ ਮੈਂ ਐਕਸਪਲੇਨ ਕਰਾਂ ਤੁਸੀਂ ਕਹੋਗੇ ਵੀ ਹੈ ਮੈਂ ਪੋਲੀਟੀਕਲੀ ਅੱਜ ਕੁਝ ਹੁੰਦਾ, ਪਰ ਮੈਂ ਉਹ ਪਸੰਦ ਨਹੀਂ ਕੀਤਾ। ਮੈਂ ਨਹੀਂ ਕਿਹਾ। ਮੈਂ ਇਸ ਕਰਕੇ ਨਹੀਂ ਵੀ ਮੇਰੇ ਤੇ ਕੋਈ ਦਬਾਅ ਸੀ, ਮੇਰੀ ਆਤਮਾ ਨੇ ਨਹੀਂ ਜਾਣ ਦਿੱਤਾ। ਮੇਰਾ ਰੋਲ ਮਾਡਲ ਮੇਰੇ ਪਿੰਡ ਦੇ ਸਾਡੇ ਬਜ਼ੁਰਗ ਭਗਤ ਪੂਰਨ ਸਿੰਘ ਰਹੇ ਨੇ। ਮੈਂ ਉਹਨਾਂ ਨੂੰ ਆਪਣਾ ਰੋਲ ਮਾਡਲ ਬਣ ਕੇ ਚੱਲਦਾ ਰਿਹਾ। ਅੱਜ ਵੀ ਉਹਨਾਂ ਦੇ ਨਾਂ ਤੇ ਪਿੰਡ ਸਕੂਲ ਚਲਾਉਣਾ, ਸਕੂਲ ਦਾ ਨਾਂ ਹੈ। ਪਰ ਕੀ ਤੁਹਾਨੂੰ ਲੱਗਦਾ ਇਹ ਪੇ ਆਫ ਕੀਤੀ ਰਾਜੇਵਾਲ ਸਾਹਿਬ? ਜੇ ਤੁਹਾਡਾ ਇਹ ਸੈਕਰੀਫਾਈਸ ਰਿਹਾ, ਤੁਸੀਂ ਓਪਰਚੁਨਿਟੀ ਦੁਨੀਆ ਦੇ ਵਿੱਚ ਤੁਹਾਡਾ ਉਸ ਪੱਧਰ ਦਾ ਸਤਿਕਾਰ ਹੋ ਰਿਹਾ ਬਹੁਤ ਸਾਰੇ ਲੋਕਾਂ ਨੂੰ। ਮੈਂ ਇਸ ਲਾਇਕ ਤਾਂ ਨਹੀਂ, ਪਰ ਮੈਂ ਧੰਨਵਾਦੀ ਹਾਂ ਲੋਕਾਂ ਦਾ ਜਿਹੜੇ ਮੈਨੂੰ ਇੰਨਾ ਪਿਆਰ ਦਿੰਦੇ ਨੇ। ਮੈਂ ਆਪਣੇ ਆਪ ਨੂੰ ਇਸ ਲਾਇਕ ਨਹੀਂ ਸਮਝਿਆ ਵੀ ਬਹੁਤ ਕੋਈ 30 ਮਾਰ ਖਾਮ ਹੈ, ਮੈਂ ਬੜਾ ਕੁਝ ਕਰਤਾ ਨਹੀਂ। ਮੈਨੂੰ ਅਕਾਲ ਪੁਰਖ ਨੇ ਜਿਹੜੀ ਡਿਊਟੀ ਲਾਈ, ਮੈਂ ਇਹ ਤੋਂ ਬਾਹਰ ਕਦੇ ਨਹੀਂ ਨਿਕਲਦਾ। ਆਪਣੀ ਸੋਚਣੀ ਮੇਰੀ ਇਹੀ, ਅਕਾਲ ਪੁਰਖ ਨੇ ਜੋ ਡਿਊਟੀ ਲਾਈ ਹੈ ਉਹ ਮੈਂ ਕਰਦਾ। ਮੈਂ ਕੋਈ ਨਹੀਂ ਕਰਨ ਵਾਲਾ, ਐਵੇਂ ਬੰਦਾ ਹਉਮੈ ਲਈ ਚੱਕੀ ਫਿਰਦਾ ਮੈਂ ਕਰਦਾ। ਸਕੂਨ ਹੈ ਜੋ ਕੀਤਾ, ਅੰਦੋਲਨ ਲੜਿਆ, ਜਿੰਨਾ ਸਕੂਨ, ਜਿੰਨਾ ਮੈਨੂੰ ਨੀਂਦ ਆਉਂਦੀ ਆ ਵਧੀਆ, ਮੇਰੇ ਖਿਆਲ 'ਚ ਵਾਹਿਗੁਰੂ ਸਭ ਨੂੰ ਬਖਸ਼ੇ। ਬਹੁਤ ਜ਼ਿਆਦਾ ਸਕੂਨ ਹੈ। ਮਾਡਰਨ ਕ੍ਰਿਟਿਸਿਜ਼ਮ ਨੂੰ ਕਿਵੇਂ ਲੈਂਦੇ ਹੋ? ਜਦੋਂ ਤੁਸੀਂ ਸ਼ੁਰੂਆਤ ਕੀਤੀ, ਅਖਬਾਰਾਂ ਦਾ ਦੌਰ ਰਿਹਾ, ਫਿਰ ਕਈ ਤਰ੍ਹਾਂ ਦੇ ਦੌਰ ਬਦਲੇ, ਹੁਣ ਤਾਂ ਤੁਰੰਤ ਕਮੈਂਟਾਂ ਰਾਹੀਂ ਲੋਕ ਬੋਲਣਾ ਸ਼ੁਰੂ ਕਰ ਦਿੰਦੇ ਆ। ਕਈ ਵਾਰੀ ਬਹੁਤ ਕੁਝ ਹੁੰਦਾ ਹੈ, ਹਾਈਪਰ ਐਕਟਿਵ ਹੋ ਗਏ। ਮੈਂ ਆਪਣੇ ਮਨ ਤੇ ਬੋਝ ਨਹੀਂ ਪਾਉਂਦਾ। ਮੇਰੀ ਆਦਤ ਰਹੀ ਸਾਰੀ ਉਮਰ, ਤੁਸੀਂ ਹੈਰਾਨ ਹੋ ਕੇ ਮੈਂ ਅੱਜ ਤੁਹਾਨੂੰ ਦੱਸਦਾ। ਮੇਰੇ ਇੱਕ ਵੱਡੇ ਭਰਾ ਸੀ ਕਿ ਮੇਰੇ ਤਾਇਆ ਜੀ ਦੇ ਲੜਕੇ ਆਰਮੀ 'ਚ ਕਰਨਲ ਰਿਟਾਇਰ ਹੋਏ ਆ। ਉਹਨਾਂ ਨੇ ਜਦੋਂ ਮੈਂ ਇੱਧਰ ਨੂੰ ਤੁਰਿਆ ਮੈਨੂੰ ਕਿਹਾ, ਬਹੁਤ ਸਮਝਾਇਆ ਵੀ ਛੱਡ ਪਰੇ ਕੀ ਲੈਣੇ, ਤੁਰ ਪਏ। ਉਹਨੇ ਮੈਨੂੰ ਕਿਹਾ ਮੈਨੂੰ ਪਤਾ ਹੁਣ ਤੂੰ ਹਟਣਾ ਨਹੀਂ। ਮੈਂ 2 ਗੱਲਾਂ ਤੈਨੂੰ ਕਹਿਣੀਆਂ ਨੇ। ਇੱਕ ਤਾਂ ਜਦੋਂ ਪਬਲਿਕ ਲਾਈਫ 'ਚ ਕੰਮ ਨੂੰ ਨਿਕਲੇਗਾ, ਕਿਸੇ ਦੀ ਜੇਬ ਵੱਲ ਨਹੀਂ ਦੇਖਣਾ। ਕਿਸੇ ਦੀ ਜੇਬ ਵੱਲ ਦੇਖ ਕੇ ਤੂੰ ਬਾਹਰ ਨਿਕਲੇਗਾ, 4 ਵਾਰੀ 5 ਵਾਰੀ ਕਿਸੇ ਨੇ ਕਿਰਾਇਆ ਖਰਚ ਦਾ ਕੰਮ ਨਾ ਹੋਇਆ, ਗਾਲ ਕੁਇੰਟਲ ਦੀ ਕੱਢੂ। ਤੈਨੂੰ ਹਲਕੇ ਕੁੱਤੇ ਨੇ ਨਹੀਂ ਵੱਢਿਆ ਵੀ ਤੂੰ ਜ਼ਰੂਰ ਜਾਣਾ ਉਹਦਾ ਕੰਮ ਕਰਾਉਣ। ਜੇ ਤੇਰੀ ਜੇਬ ਇਜਾਜ਼ਤ ਦਿੰਦੀ ਹੈ ਤਾਂ ਜਾਣਾ। ਮੈਂ ਇਹਦੇ ਤੇ ਪਹਿਰਾ ਦਿੱਤਾ। ਮੈਂ ਕਦੇ ਕਿਸੇ ਤੋਂ ਪੈਸਾ ਨਹੀਂ ਲੈਂਦਾ। ਮੈਂ ਫੰਡ ਨਹੀਂ ਕਦੇ ਇਕੱਠਾ ਕਰਦਾ। ਜਿੰਨਾ ਕੁ ਮੇਰੇ ਕੋਲ ਹੁੰਦਾ, ਜੋ ਬਖਸ਼ਿਆ ਮੈਂ ਕਰਦਾ। ਦੂਜਾ, ਸ਼ਾਮ ਨੂੰ ਹਰ ਰੋਜ਼ ਸੌਣ ਤੋਂ ਪਹਿਲਾਂ 5 ਮਿੰਟ ਆਪਣੀ ਆਤਮਾ ਨੂੰ ਪੁੱਛਣਾ, ਅੱਜ ਜੋ ਕੁਝ ਲੋਕ ਗੱਲਾਂ ਕਰਦੇ ਨੇ ਕਿੰਨੀਆਂ ਸੱਚੀਆਂ ਨੇ। ਜੇ ਸੱਚੀਆਂ ਨੇ ਤਾਂ ਮੇਰੇ 'ਚ ਗਲਤੀ ਹੈ ਤਾਂ ਮੈਂ ਸੁਧਾਰ ਕਰਾਂ। ਜੇ ਨਹੀਂ ਸੱਚੀਆਂ, ਝੂਠੀਆਂ ਨੇ ਤਾਂ ਕੁੱਤੇ ਭੌਂਕਦੇ ਹੁੰਦੇ ਨੇ, ਹਾਥੀ ਤੁਰੇ ਜਾਂਦੇ। ਰਿਗਰੈਟ ਹੈ ਕਿਸੇ ਚੀਜ਼ ਦਾ? ਨਹੀਂ, ਬੜਾ ਸੈਟੀਸਫਾਈਡ ਹਾਂ ਲਾਈਫ 'ਚ।
ਵਾਹਿਗੁਰੂ ਨੇ ਜਿੰਨਾ ਲੋੜ ਆ ਉਦੋਂ ਵੱਧ ਦਿੱਤਾ ਹੈ। ਔਰ ਸਭ ਤੋਂ ਵੱਧ ਇਸ ਗੱਲ ਦਾ ਖੁਸ਼ੀ ਹੈ ਵੀ ਕੋਈ ਗਲਤ ਨਹੀਂ ਕਰਾਇਆ ਉਹਨੇ। ਜਜ਼ਬਾਤੀ ਹੋ ਰਾਜੇਵਾਲ ਸਾਹਿਬ, ਇਸ ਅੰਦੋਲਨ ਦੌਰਾਨ ਬਲਬੀਰ ਸਿੰਘ ਰਾਜੇਵਾਲ ਦੀ ਅੱਖਾਂ 'ਚੋਂ ਕਦੇ ਹੰਝੂ ਆਏ, ਰੋਏ ਜਾਂ ਕਦੇ ਜਜ਼ਬਾਤੀ ਹੋਏ ਹੋ ਕਿਸੇ ਦਿਨ? ਹੋਇਆ ਜਿੱਦਣ ਉਹਨਾਂ ਨੂੰ ਸੱਟ ਵੱਜੀ ਸੀ ਉਦਣ ਹੋਇਆ, ਬਹੁਤ ਹੋਇਆ ਉਧਰ। ਰੋ ਪਏ ਸੀ ਪੂਰਾ, ਪਤਾ ਨਹੀਂ ਕਿਵੇਂ ਪੜਾਸ ਨਿਕਲੀ, ਅਸੀਂ ਨਾ ਦੱਸ ਸਕਦਾ। ਸੰਭਾਲਿਆ ਕਿਨੇ? ਉੱਪਰਲੇ ਨੇ, ਅਕਾਲ ਪੁਰਖ ਨੇ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਔਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਜ਼ਬਾਤ ਦੀਆਂ ਗੱਲਾਂ ਰਾਜੇਵਾਲ ਸਾਹਿਬ ਘੱਟ ਕਰਦੇ, ਹਾਲਾਂਕਿ ਬਹੁਤ ਸਾਲ ਹੋ ਗਏ ਇਹਨਾਂ ਨਾਲ ਮਿਲਦੇ ਜੁਲਦੇ ਇੰਟਰਵਿਊਜ਼ ਕਰਦੇ ਆ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਦਿੱਲੀ।